नमस्कार, ओम शांति, सतगुरु करता पुरख 'ਚ ਅੱਜ ਫਿਰ ਤੁਹਾਡਾ ਸਵਾਗਤ ਹੈ। ਮਿੱਤਰੋ, ਜੀਵਨ ਜੀਣੇ ਦੀ ਸ਼ੈਲੀ ਅਸੀਂ ਕਿੱਦਾਂ ਜੀਏ ਇਹ ਬਹੁਤ ਮੁਸ਼ਕਿਲ ਹੈ। ਜੀਣੇ ਨੂੰ ਹਰ ਇੱਕ ਇਨਸਾਨ ਜੀ ਲੈਂਦਾ, ਲੇਕਿਨ ਸੁੱਖ ਦੁੱਖ ਇਹ ਕਿੱਦਾਂ ਸਾਡੇ ਜੀਵਨ 'ਚ ਆਉਂਦੇ ਔਰ ਇਹਨਾਂ 'ਤੇ ਗੁਜ਼ਰ ਕਰ ਅੱਗੇ ਕਿੱਦਾਂ ਬੜੀਏ, ਇਹ ਵੀ ਸਿੱਖਣੇ ਦੀ ਬਹੁਤ ਸਾਰੀ ਗੱਲਾਂ ਹੁੰਦੀਆਂ। ਸਾਡੇ ਇਸ ਕਰਤਾ ਪੁਰਖ 'ਚ ਅੱਜ ਫਿਰ ਸਾਡੇ ਨਿਰਵੈਰ ਭਾਈ ਸਾਹਿਬ ਕੁਝ ਸਾਡੇ ਪ੍ਰਸ਼ਨों ਦਾ ਉੱਤਰ ਦੇਣਾ ਆਏ ਵੇ। ਆइए स्वागत करते हैं निर्वैर भाई साहब का। सतगुरु करता पुरख से ਤੁਹਾਡਾ बहुत बहुत स्वागत है भाई साहब। धन्यवाद। सत श्री अकाल, ओम शांति। हाँ जी ਭਾਜੀ, ਅੱਜ ਭੋਜਨ ਦੇ ਬਾਰੇ 'ਚ ਮੈਂ ਇੱਕ ਗੱਲ ਕਰਨਾ ਚਾਹੁੰਦੀ ਕਿ ਸਾਤਵਿਕ ਭੋਜਨ ਕੀ ਹੁੰਦਾ। कुछ बिंदु ऊपर ही अगर देखा जाए कि शाकाहारी भोजन क्या सात्विक माना जाता? शाकाहारी भोजन क्यों नहीं, सात्विक तो ਹੁੰਦਾ ਹੀ ਹੈ। ਜਿੱਦਾਂ ਅਸੀਂ ਦੁੱਧ ਦੀ ਗੱਲ ਕਰ ਲਈਏ, ਅੱਜ ਕੱਲ ਡੇਅਰੀ 'ਚ ਵੀ ਦੁੱਧ ਇੱਕ ਸਾਤਵਿਕ ਨਹੀਂ ਹੁੰਦਾ, ਜਾਂ ਫਲ ਫਰੂਟ ਦੀ ਗੱਲ ਕਰੀਏ ਉਹ ਵੀ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਦੇਖਿਆ ਜਾਏ ਤਾਂ ਉਹ ਵੀ ਸਾਤਵਿਕ ਨਹੀਂ ਹੈ, ਕਿਉਂਕਿ ਕੁਝ ਡਾਕਟਰਾਂ ਦੇ ਹਿਸਾਬਾਂ ਤੇ ਦੇਖਿਆ ਜਾਏ ਇੰਜੈਕਸ਼ਨ ਲਗਾਇਆ ਜਾਂਦੇ ਜਾਂ ਫਿਰ ਕੁਝ ਐਸੀ ਉਹ ਫਿਰ ਤੁਸੀਂ ਜਾਣਦੇ ਹੋ ਇਹ ਤੇ ਕਲਯੁਗ ਦੀ ਦੇਣ ਹੈ। ਲਾਲਚ ਲਾਲਚ ਦੇ ਕਾਰਨ ਇਸ ਤਰ੍ਹਾਂ ਕਰਦੇ, ਨਹੀਂ ਤੇ ਅਸਲੀ ਤਾਂ ਫਲ ਹੈ, ਸਬਜ਼ੀ ਹੈ, ਦੁੱਧ ਹੈ, ਦਹੀਂ ਹੈ, ਇਹ ਸਭ ਚੀਜ਼ਾਂ ਵੈਜੀਟੇਰੀਅਨ ਕਹਾਉਂਦੀਆਂ ਹੀ। ਔਰ ਉਹ ਹਰ ਇੱਕ ਦੀ ਆਪਣੀ ਜਿਹੜੀ ਤਬੀਅਤ ਦੇ ਅਨੁਸਾਰ, ਹੁਣ ਜ਼ਰੂਰੀ ਨਹੀਂ ਹੈ ਕਿ ਦਹੀਂ ਹਰ ਇੱਕ ਨੂੰ ਸੂਟ ਕਰੇ, ਹੋ ਸਕਦਾ ਕਿਸੇ ਨੂੰ ਦੁੱਧ ਵੀ ਨਾ ਸੂਟ ਕਰੇ, ਇਸ ਤਰ੍ਹਾਂ ਕੋਈ ਹੁੰਦੇ ਆ ਤੇ ਉਹ ਡਿਪੈਂਡ ਕਰਦਾ। ਲੇਕਿਨ ਅਗਰ ਬਚਪਨ ਤੋਂ ਹੀ ਬੱਚਿਆਂ ਨੂੰ ਦੁੱਧ ਔਰ ਦਹੀਂ ਦੇ ਉੱਪਰ ਥੋੜ੍ਹਾ ਪਿਆਰ ਨਾਲ ਸਮਝਾ ਕਰਕੇ ਉਹਨਾਂ ਨੂੰ ਦੁੱਧ ਪੀਣ ਵਾਸਤੇ ਦੇਣਗੇ ਉਹ ਸੌਣ ਤੋਂ ਪਹਿਲੇ, ਔਰ ਸਵੇਰੇ ਦਹੀਂ ਦੇ ਨਾਲ ਰੋਟੀ ਖਾਣਗੇ, ਪਰੌਂਠਾ ਖਾਣਗੇ, ਉਹਦੇ ਨਾਲ ਬਹੁਤ ਅੱਛੀ ਤਬੀਅਤ ਰਹੇਗੀ। ਔਰ ਦਿਨੇ ਸਬਜ਼ੀ ਸਾਤਵਿਕ ਹੁੰਦੀ ਹੈ। ਹਾਂ, ਅਸੀਂ ਦੇਖਿਆ ਹੀ ਗਿਆਨ 'ਚ, ਜਦੋਂ ਤੋਂ ਗਿਆਨ ਸ਼ੁਰੂ ਕੀਤਾ ਹੀ ਤੇ ਉਦੋਂ ਤੋਂ ਇੱਕ ਚੀਜ਼ ਸਾਨੂੰ ਧਿਆਨ 'ਚ ਦਿੱਤੀ ਕਿ ਕੁਝ ਸਬਜ਼ੀਆਂ 'ਚ ਵੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹੀ ਜਿਹੜੇ ਉਤੇਜਨਾ ਲਿਆਉਂਦੀਆਂ ਹੀ। ਇਸ ਕਰਕੇ ਲਸਣ ਪਿਆਜ਼ ਦੇ ਵਾਸਤੇ ਇਸ਼ਾਰਾ ਮਿਲਦਾ ਹੀ ਵੀ ਇਹ ਨਾ ਹੋਏ ਤੇ ਅੱਛਾ ਜੀ। ਉਹ ਜਿੱਦਾਂ ਮਾਸਾਹਾਰੀ ਜਿਹੜੇ ਬੋਲਦੇ ਕਿ ਪਿਆਜ਼ ਜਿਹੜਾ ਹੈ ਜਾਂ ਲਹਿਸੁਨ ਜਿਹੜਾ ਹੈ ਉਹ ਵੀ ਸਾਤਵਿਕ ਹੈ, क्या वो सात्विक है या नहीं? वैसे सात्विक है, मैं नहीं कहता कि वो सात्विक नहीं जी, लेकिन ਉਹਦੀ ਤਾਸੀਰ ਜਿਹੜੀ ਆ ਉਹ ਦੇਖੀ ਦੀ ਹੈ ਨਾ, ਤੇ ਉਹ ਸਾਨੂੰ ਕਿਤੇ ਤੇ ਉਹੀ ਚੀਜ਼ ਦਵਾਈ ਦਾ ਕੰਮ ਕਰਦੀ ਹੈ, ਉਹ ਗੱਲ ਅਲੱਗ ਹੈ। ਲੇਕਿਨ ਜੋ ਅਸੀਂ ਪ੍ਰੈਕਟੀਕਲ ਅਨੁਭਵ ਕੀਤਾ ਹੀ ਕਿ ਜਿਤਨਾ ਅਸੀਂ ਲਸਣ ਪਿਆਜ਼ ਨੂੰ ਅਵੋਇਡ ਕਰਦੇ ਹਾਂ ਤੇ ਸਾਡੇ ਮਨ 'ਚ ਉਤਨੇ ਹੀ ਤਾਮਸਿਕ ਖਿਆਲ ਨਹੀਂ ਆਉਂਦੇ। ਕਿਉਂਕਿ ਇੱਕ ਮਾਤਾ ਬੋਲਦੇ ਕਿ ਉਹ ਸਾਡੀ ਦਵਾਈਆਂ ਸਾਨੂੰ ਖਾਣਾ ਪੈਂਦੀ, ਜਾਂ ਫਿਰ ਕੁਝ ਡਾਕਟਰਾਂ ਨੇ ਇੱਦਾਂ ਬੋਲੇ ਕਿ ਸਾਨੂੰ ਲਸਣ ਵੀ ਖਾਣਾ ਪੈਣਾ। ਦਵਾਈ ਦੇ ਤੌਰ 'ਤੇ ਲੋਕ ਖਾਂਦੇ ਨੇ ਜੀ, ਉਹਦੇ ਵਾਸਤੇ ਹੁਣ ਡਾਕਟਰ ਦੀ ਮੰਨੋ ਤੁਸੀਂ, ਅਸੀਂ ਉਹਨੂੰ ਨਾ ਨਹੀਂ ਕਰਦੇ। ਬਾਕੀ ਹੈ ਤੇ ਉਹ ਵੈਜੀਟੇਰੀਅਨ, ਐਸਾ ਨਹੀਂ ਕਿ ਨਹੀਂ ਜੀ। ਉਹ ਡਿਪੈਂਡ ਕਰਦਾ ਹੀ ਕਿ ਬਈ ਤੁਸੀਂ ਜ਼ਰੂਰੀ ਤੁਹਾਨੂੰ ਚਾਹੀਦਾ ਹੀ ਤੇ ਲੈ ਸਕਦੇ ਹੋ। ਲੇਕਿਨ ਅੱਗੇ ਚੱਲ ਕੇ ਫਿਰ ਸਵਾਲ ਉੱਠਦਾ ਹੀ ਅਸੀਂ ਅੱਛੇ ਤੋਂ ਅਸੀਂ ਦੇਵੀ ਦੇਵਤਿਆਂ ਦੀ ਤਰ੍ਹਾਂ ਕਿਸ ਤਰ੍ਹਾਂ ਬਣਾਂਗੇ, ਤੇ ਦੇਵੀ ਦੇਵਤਾ ਲਸਣ ਪਿਆਜ਼ ਨਹੀਂ ਖਾਂਦੇ।
ਹਾਂਜੀ जी ਭਾਜੀ ਅਗਲਾ ਇੱਕ ਪ੍ਰਸ਼ਨ ਹੈ ਮੇਰਾ ਕ੍ਰਾਈਸਟ ਦੇ ਉੱਪਰ ਹੈ ਕਿ ਕ੍ਰਾਈਸਟ ਨੂੰ ਜਦ ਕ੍ਰੋਸ ਕੇ ਚੜਾਇਆ ਗਿਆ ਕ੍ਰਾਈਸਟ ਦੀ ਆਤਮਾ ਜਿਹੜੀ ਹੈ ਉਹ ਨਿਕਲ ਗਈ ਹੋਣੀ ਅਥਵਾ ਕਿਆ ਹੋਇਆ ਹੋਣਾ ਅਰਥਾਤ ਦੋਨੋਂ ਅਲੱਗ-ਅਲੱਗ ਹੋ ਗਏ ਹੋਣੇ ਕਿਉਂਕਿ ਕ੍ਰਾਈਸਟ ਨੂੰ ਵੀ ਜਿਹੜੇ ਕ੍ਰਿਸਚੀਅਨ ਲੋਕ ਹੈ ਉਹ ਭਗਵਾਨ ਸਮਝਦੇ ਨਾ ਭਗਵਾਨ ਨਹੀਂ ਸਮਝਦੇ ਜੀ ਕ੍ਰਾਈਸਟ ਨੂੰ सन ऑफ गॉड कहते हैं भगवान का बच्चा कहते हैं और दूसरा है कि क्रॉस ते चढ़ाया जी ते वो किस नू चढ़ाया ते मुरली च सी कल दी मुरली च जिहड़ी आत्मा क्राइस्ट दी आत्मा जिहड़ी नई जी आ करके क्रिश्चियन धर्म की स्थापना करती है उसनू वो क्रॉस ते चढ़न का कोई इफेक्ट नहीं आता दुख नहीं होंदा लेकिन जिस शरीर च प्रवेश किया अगर उसनू उन्होंने क्रॉस ते चढ़ाया तो उन्नू जरूर उन्नू दुख होएगा बाकी तुसी जानते हो समय बहुत बीत जाता ही तो बहुत सारी ਇਹੋ जी साखी बन जाती है वो कहानी बन जाती है जिहदे नाल कि उन्हां दी चमत्कारी जीवन नू अच्छी तरह लोगों नू दिखाउण वास्ते बाबा दे बाणी च सी कि कोई एकदम छोटे बच्चे दे रूप च आ करके और वो चमत्कारी हो जाए ऐसा नहीं जदों वड्डा होए उहदे च प्रवेशता होए फिर वो जदों ज्ञान दिंदा ही फिर उस तो बाद उहदे फॉलोअर बनते हैं तो ये गल्लां तो कई हैगियां लेकिन असी ज़्यादा इहदे ते नहीं जाना क्योंकि असी तो इन्ना ही कहांगे कि हरेक धर्म पिता जो भी आए ने उन्होंने बहुत अच्छियां गल्लां धर्म दे बारे च असूलों दे बारे च जीवन दे बारे च वो दसियां ही समय दे अनुसार उस वेले उहदी ज़रूरत सी और इस करके लोग उन्होंने पहले तो तुसी जानते हो कोई भी नई चीज़ होंदी तो उन्होंने मनते नहीं है अपोजिशन होंदी है बाद च फिर आहिस्ता 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 ख्याल च आउण लगदा है भी ये इतनी अच्छियां गल्लां ये दसियां सी असी उन्हां दा ध्यान नहीं किया फिर उन्हां दे फॉलोअर बनते हैं और उपरों भी आत्मा उन्हां दे धर्म दियां नीचे आउंदियां ही तो फिर उन्होंने संख्या वधदी है संख्या वधदी है तो फिर तुसी जानते हो फिर लड़ाई शुरू हो जाती है आर्मी बन जाती है फिर वो एक द्वापर कलयुग च थोड़ा जा ये चीज़ां आउंदियां ही जी जी भाजी अगला प्रश्न है क्या जानवर ते अन्य योनि ਦੀ ਜਿਹੜੀ ਆਤਮਾएं ਹੈ ਕਰਮਾਂ ਦਾ ਹਿਸਾਬ ਉਹਨਾਂ ਦੀ ਕਰਮਾਂ ਦਾ ਹਿਸਾਬ ਕਿਤਾਬ ਅਲੱਗ-ਅਲੱਗ ਹੁੰਦਾ ਹੈ ਤੇ ਉਹਨਾਂ ਦਾ ਸੁੱਖ ਤੇ ਦੁੱਖ ਦਾ ਆਧਾਰ ਕੀ ਹੁੰਦਾ ਫਿਰ मालिक जानवर ਜਿਹੜੇ ਹੈਗੇ ਨੇ ਜੀ या तो उन्होंने पूरी फ्रीडम हैगी है ਜਿਹੜੇ जंगल च ਰਹਿੰਦੇ ਆ तो वो तो सद मतलब अपने हिसाब नाल जींदे आ और सदा सुखी रहंदे आ अगर जिस तरह हुण साडे अपने घरां च हवेलियां च भई असी बैल भी रखे है गाय भी रखी है भैंस भी रखी है घोड़ी भी रखी है घोड़े भी वो सब कुछ है बकरी भी रखी है तो जिन्ना असी उन्हां दा ख्याल रखांगे वो सुखी रहणगे
ਔਰ ਉਹ ਤੁਹਾਨੂੰ ਬੜਾ ਪਿਆਰ ਵੀ ਦੇਣਗੇ ਔਰ ਉਹਦੇ ਨਾਲ ਨਾਲ ਦੁੱਧ ਵੀ ਦੇਣਗੇ, खेती भी ਕਰਨਗੇ। ਜੀ। ਤਾਂ ਕਿਆ अन्य योनि ਦੀ ਆਤਮਾ ਜਿਹੜੀ ਹੈ ਉਹ ਭੋਗ ਮਤਲਬ ਹਿਸਾਬ ਕਿਤਾਬ ਦਾ ਭੋਗ ਚੁਕਤੂ ਕਰਦੀਆਂ ਉਹ ਜਾਂ ਇਹ ਫਿਰ ਉਹਨਾਂ ਦੇ ਕਰਮ ਜਿਹੜੇ ਹੈ ਉਹਨਾਂ ਦਾ ਫਲ ਵਿਧੀ ਵਿਧਾਨ ਅਲੱਗ ਨਹੀਂ ਨਹੀਂ, ਉਹ ਮਨੁੱਖ ਆਤਮਾ ਦੇ ਉੱਪਰ ਹੈ ਸਾਰਾ। ਜਦੋਂ ਹਿਊਮਨ ਸੋਲਸ ਜਿਹੜੀਆਂ ਮਨੁੱਖ ਆਤਮਾ, ਇਹਨਾਂ ਦੇ ਕਰਮ ਸ੍ਰੇਸ਼ਟ ਹੈਗੇ ਆ, ਤੇ ਜਾਨਵਰ ਵੀ ਬੜੇ ਸ਼ਾਂਤੀ ਔਰ ਸੁੱਖ 'ਚ ਰਹਿੰਦੇ ਆ। ਤੁਸੀਂ ਸੁਣਦੇ ਹੋ ਕਿ ਬਈ ਇਹੋ ਜਿਹਾ ਵੀ ਟਾਈਮ ਸੀ ਜਦੋਂ ਸ਼ੇਰ ਔਰ ਬੱਕਰੀ ਇੱਕ ਘਾਟ 'ਤੇ ਪਾਣੀ ਪੀਂਦੇ ਸੀ, ਔਰ ਫਿਰ ਹੁਣ ਇਹੋ ਜਿਹਾ ਟਾਈਮ ਹੈ ਕਿ ਸ਼ੇਰ ਖੋਜਦਾ ਰਹਿੰਦਾ ਹੀ ਬੱਕਰੀ ਕਿੱਥੇ ਆ, ਔਰ ਜਿੱਥੇ ਨਜ਼ਰ ਆ ਜਾਏ ਉਹਨੂੰ ਪਕੜ ਕਰਕੇ ਖਾ ਪੀ ਕੇ। ਤੇ ਫਰਕ ਹੈਗਾ ਹੀ। ਇਸ ਕਰਕੇ ਮਨੁੱਖ ਆਤਮਾ ਜਦੋਂ ਆਪਣੇ ਨਿੱਜੀ ਸੰਸਕਾਰ ਜਿਹੜੇ ਆ, ਦੈਵੀ ਸੰਸਕਾਰ, ਉਹਦੇ ਅਨੁਸਾਰ ਇਸ ਦੁਨੀਆ 'ਚ ਜਦੋਂ ਆਪਣਾ ਜੀਵਨ ਜਿੰਦੇ ਆ, ਤੇ ਉਸ ਵੇਲੇ ਉਹਨਾਂ ਦੀ ਜੋ ਰਚਨਾ ਹੈਗੀ ਹੈ, ਜਿਹਦੇ 'ਚ ਜੀਵ ਜੰਤੂ ਸਭ ਆ ਜਾਂਦੇ ਆ, ਉਹ ਵੀ ਸੁਖੀ ਰਹਿੰਦੇ ਆ, ਦੇਵਤਾ ਸੁਖੀ ਰਹਿੰਦੇ ਆ, ਤੇ ਉਹਨਾਂ ਦੀ ਖੇਤੀ 'ਚ ਜੋ ਵੀ ਹੈ ਜਾਂ ਜੋ ਕੁਛ ਵੀ ਸਭ ਸੁੱਖ ਦੇਣ ਵਾਲਾ, ਤੇ ਉਹਦੇ 'ਚ ਜਾਨਵਰ ਵੀ ਆ ਜਾਂਦੇ ਆ। ਇਸ ਕਰਕੇ ਸ੍ਰੀ ਕ੍ਰਿਸ਼ਨ ਦੇ ਵਾਸਤੇ ਕਹਿੰਦੇ ਨਾ, ਉਹਨਾਂ ਦੇ ਨਾਲ ਗਾਏ ਔਰ ਕਿਆ ਕਹਿੰਦੇ ਉਹਨੂੰ, ਬਹੁਤ ਸਾਰਾ ਮੱਖਣ, ਘਿਓ, ਇਹ ਉਹ ਸਭ, ਦੁੱਧ, ਹਰ ਚੀਜ਼, ਮਤਲਬ ਇਨ ਅਬੰਡੈਂਸ ਜਿਹਨੂੰ ਕਿਹਾ ਜਾਂਦਾ, ਬਹੁਤ ਬੇਹੱਦ। ਤੇ ਉਹ ਚੀਜ਼ਾਂ ਹੁਣ ਕੋਈ ਸਮਝੇ ਉਸ ਚੀਜ਼ ਨੂੰ। ਅੱਜ ਦੀ ਦੁਨੀਆ 'ਚ ਮਿਲਾਵਟ ਦਾ ਕਾਰਨ ਕੀ ਹੈ? ਲਾਲਚ। ਤੇ ਕਈ ਇਹੋ ਜਿਹੀਆਂ ਗੱਲਾਂ ਹੀ। ਫਿਰ ਉਸ ਤੋਂ ਜਿਹੜੇ ਪੈਸੇ ਬਣਦੇ ਆ, ਮੈਂ ਥੋੜ੍ਹਾ ਜਿਹਾ ਇਸ ਗੱਲ ਨੂੰ ਸੋਚਦਾ ਹੀ, ਜਿਹੜੇ ਮਿਲਾਵਟ ਦੇ ਕਾਰਨ ਪੈਸੇ ਬਣਦੇ ਆ, ਔਰ ਉਹਦੇ ਨਾਲ ਉਹ ਪਰਿਵਾਰ ਜਿਹੜੇ ਪਲਦੇ ਆ, ਉਹਨਾਂ ਦੇ ਮਨ 'ਚ ਕਦੀ ਸ਼ਾਂਤੀ ਨਹੀਂ ਹੋਏਗੀ। ਨਾ ਸ਼ਾਂਤੀ ਹੋਏਗੀ, ਨਾ ਤੰਦਰੁਸਤੀ ਰਹੇਗੀ, ਨਾ ਸੁੱਖ ਹੋਏਗਾ। ਦਿਖਾਵੇ ਦਾ ਬਸ ਪਾਰਟੀ ਕਰ ਲਈ, ਵੀ ਸ਼ਰਾਬ ਪੀ ਲਈ, ਡਾਂਸ ਕਰ ਲਿਆ ਥੋੜ੍ਹਾ ਦੇਖਣ 'ਚ, ਪਰ ਅਦਰਵਾਈਜ਼ ਮਤਲਬ ਇੱਕ ਦੇ ਜਿਹੜਾ ਇੱਕ ਬੰਦੇ, ਜੇ ਇੱਕ ਵਿਅਕਤੀ ਅਗਰ ਕਰਮ ਗਲਤ ਕੀਤਾ, ਉਹ ਪੂਰੇ ਪਰਿਵਾਰ 'ਚ ਅਸਰ ਹੋਵੇ, ਸਾਰੇ ਪਰਿਵਾਰ 'ਤੇ ਅਸਰ ਹੋਏਗਾ। ਇਹ ਅੰਡਰਸਟੂਡ ਜੀ। ਭਾਜੀ ਇੱਕ ਪ੍ਰਸ਼ਨ ਆਇਆ ਹੈ, ਉਹ ਮਾਤਾ ਬੋਲਦੇ ਕਿ ਭਗਵਾਨ ਬੋਲਦੇ ਆਤਮਾ 'ਚ ਹੀ ਖਾਦ ਪੜਦੀ ਹੈ, ਆਤਮਾ 'ਚ ਕਿਹੜੀ ਖਾਦ ਪੈਂਦੀ ਹੈ ਤੇ ਉਹ ਖਾਦ ਕਿਸ ਤਰ੍ਹਾਂ ਪੈਂਦੀ? ਉਹ ਮਾਤਾ ਬੋਲਦੇ ਕਿ ਸਤਯੁਗ ਤੋਂ ਲੈ ਕੇ ਪੈਂਦੀ ਜਾਂ ਕਲਯੁਗ ਤੇ ਅੰਤ, ਜਾਂ ਜਦ ਆਤਮਾ ਜਨਮ ਲੈਂਦੀ? ਨਹੀਂ, ਦੁਆਪਰ ਤੋਂ ਲੈ ਕਰਕੇ, ਅੱਛਾ, ਦੁਆਪਰ ਤੋਂ ਲੈ ਕੇ ਥੋੜੀ ਥੋੜੀ ਸ਼ੁਰੂ ਹੁੰਦੀ ਹੈ। तो खाद क्या? ਪੰਜ ਵਿਕਾਰ। अच्छा, ਜੋ ਸਦਗੁਣ ਸੀ जी, ਉਹ ਅਵਗੁਣ 'ਚ ਪਰਿਵਰਤਨ ਹੋ ਜਾਂਦੇ ਆ, ਤਾਂ ਉਹ ਖਾਦ ਉਸ ਨੂੰ ਬਾਵਾ ਕਹਿੰਦੇ। क्या ये जब आत्मा पैदा हो? ਖਾਦ ਵੈਸੇ ਖੇਤੀ 'ਚ ਤੇ ਖਾਦ ਅੱਛੇ ਉਪਜ ਵਾਸਤੇ ਹੈ, ਜੀ। ਲੇਕਿਨ ਇਹ ਬਾਵਾ ਜਿਹੜਾ ਖਾਦ ਕਹਿੰਦੇ ਨਾ, ਉਹ ਸੋਨੇ ਦੀ, ਜਿਹੜੀ ਕੋਈ ਸੱਚਾ ਸੋਨਾ ਹੁੰਦਾ, ਫਿਰ ਉਹਦੇ 'ਚ ਕੁਛ ਨਾ ਕੁਛ ਉਹ ਚਾਂਦੀ ਮਿਲਾ ਦਿੰਦੇ ਆ, ਕੁਛ ਹੋਰ, ਉਹ ਮੁਲੰਮਾ ਕਹਿੰਦੇ ਉਹਨੂੰ। ਉਹਦੀ ਕੀਮਤ ਘਟਦੀ ਜਾਂਦੀ ਹੈ, ਫਿਰ ਕੁਆਲਿਟੀ ਬਦਲ ਜਾਂਦੀ ਹੈ, ਤੇ ਕੁਆਲਿਟੀ ਅੱਛੀ ਨਹੀਂ ਰਹਿੰਦੀ। ਫਿਰ ਇਸੇ ਤਰ੍ਹਾਂ ਹੀ ਜੀਵਨ ਦੀ ਕੁਆਲਿਟੀ ਵੀ ਇਸ ਤਰ੍ਹਾਂ ਹੀ ਹੋ ਜਾਂਦੀ। ਤਾਂ ਇਹ ਜਿਹੜੀ ਆਤਮਾ ਦੀ ਨੈਗੇਟਿਵਿਟੀ ਦੀ ਜਿਹੜੀ ਖਾਦ ਹੈ, ਪੋਜ਼ਿਟਿਵ 'ਚ ਕਿੱਦਾਂ ਬਦਲੀਏ? ਪੋਜ਼ਿਟਿਵ 'ਚ ਕਿੱਦਾਂ ਅਸੀਂ ਬਦਲੀਏ ਇਹ ਖਾਦ?
ਸਿਰਫ ਇੱਕ ਪਰਮਾਤਮਾ ਦੀ ਯਾਦ। ਉਹ ਇੱਕ ਗਿਆਨ ਜਿਹੜਾ ਹੈ ਨਾ, ਗਿਆਨ ਦੀ ਸ਼ਕਤੀ ਨਾਲ ਪਹਿਲੇ ਤਾਂ ਸਮਝਣਾ ਪੈਂਦਾ ਹੈ ਕਿ ਆਤਮਾ 'ਚ ਸਦਗੁਣ ਜਿਹੜੇ ਸੀ ਉਹ ਬਦਲ ਕਰਕੇ ਜਿਹੜਾ ਉਹਦੇ 'ਚ ਅਵਗੁਣ ਆ ਗਏ ਨੇ, ਉਹ ਕਿਉਂ ਆ ਗਏ, ਉਹਦਾ ਕਾਰਨ ਕੀ ਹੈ। ਤੇ ਉਹ ਸਮਝ 'ਚ ਆਉਂਦਾ ਹੀ ਕਿ ਅਗਰ ਅਹੰਕਾਰ ਨਾ ਹੁੰਦਾ ਤੇ ਫਿਰ ਦੂਸਰੇ ਵੀ ਜੋ ਵਿਕਾਰ ਹੈਗੇ ਉਹ ਵੀ ਨਾ ਹੁੰਦੇ। ਤੇ ਇਸ ਕਰਕੇ ਉਹ ਤੁਸੀਂ ਅਗਰ ਸ਼੍ਰੀਮਦ ਭਗਵਦ ਗੀਤਾ ਕਦੀ ਪੜ੍ਹੀ ਹੋਏ, ਉਹਦੇ 'ਚ ਬੜਾ ਸਾਫ਼ ਆਉਂਦਾ ਹੀ ਕਿ ਪਹਿਲੇ ਅਹੰਕਾਰ ਆਉਂਦਾ, ਅਹੰਕਾਰ ਦੇ ਕਾਰਨ ਫਿਰ ਬਾਕੀ ਜਿਹੜੇ ਵਿਕਾਰ ਹੈਗੇ ਉਹ ਆ ਜਾਂਦੇ ਆ ਇੱਕ ਇੱਕ ਕਰਕੇ, ਔਰ ਉਹਦੇ ਕਰਕੇ ਲਾਸਟ 'ਤੇ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ। ਜਦੋਂ ਬੁੱਧੀ ਭ੍ਰਸ਼ਟ ਹੁੰਦੀ ਹੈ ਤਾਂ ਫਿਰ ਤੁਸੀਂ ਸੋਚ ਸਕਦੇ ਹੋ ਭ੍ਰਸ਼ਟ ਬੁੱਧੀ ਵਾਲਾ ਕੀ ਕੰਮ ਕਰੇਗਾ, ਉਹ ਬੁਰਾ ਹੀ ਕੰਮ ਕਰੇਗਾ। ਤੇ ਬੁਰਾ ਕੰਮ ਕਰੇਗਾ ਮਾਨਾ ਜਿਹੋ ਜਿਹਾ ਤੁਸੀਂ ਕਰਮ ਦਾ ਬੀਜ ਬੋਣਗੇ ਉਹਦਾ ਫਲ ਵੀ ਉਹ ਵੈਸਾ ਹੀ ਨਿਕਲੇਗਾ। ਤੇ ਇਸ ਕਰਕੇ ਕਰਮਾਂ ਦੀ ਖੇਤੀ ਕਿਹਾ ਜਾਂਦਾ ਹੈ। ਕਰਮਾਂ ਦੀ ਖੇਤੀ, ਸ੍ਰੇਸ਼ਟ ਕਰਮਾਂ ਦੀ ਖੇਤੀ ਅਗਰ ਤੁਸੀਂ ਕਰਨਗੇ ਹੋ ਤਾਂ ਤੁਹਾਨੂੰ ਸੁੱਖ ਮਿਲੇਗਾ, ਔਰ ਅਗਰ ਵਿਕਰਮਾਂ ਦੀ ਖੇਤੀ ਕਰਨਗੇ ਹੋ ਤਾਂ ਦੁੱਖ ਮਿਲੇਗਾ। ਸਿੱਧੀ ਸਿੱਧੀ ਗੱਲ ਹੈ। ਹੁਣ ਕੋਈ ਗੁੱਸੇ 'ਚ ਆ ਕਰਕੇ ਤੇ ਕਿਸੇ ਨੂੰ ਚਾਕੂ ਮਾਰ ਦਿੰਦਾ ਹੈ, ਕਿਸੇ ਨੂੰ ਕੁਛ, ਤੇ ਉਹਦਾ ਰਿਜ਼ਲਟ ਕੀ ਮਿਲੇਗਾ। ਜਿਹਨੂੰ ਚਾਕੂ ਮਾਰਨਗੇ ਉਹ ਵੀ ਉਹ ਦੁਖੀ, ਔਰ ਖੁਦ ਵੀ ਦੁਖੀ। ਫਿਰ ਆਪਣੇ ਆਪ ਨੂੰ ਵੀ ਤਾਂ ਖਿਆਲ ਹੁੰਦਾ ਹੀ ਨਾ ਕਿ ਇਹ ਮੈਂ ਕੀ ਕਰ ਬੈਠਿਆ। ਤੇ ਦੋਨੋਂ ਸਾਈਡ ਦੁੱਖ ਹੀ ਦੁੱਖ। ਇਸ ਕਰਕੇ ਬਾਬਾ ਕਹਿੰਦੇ ਇਹ ਸਮੇਂ ਜਿਹੜਾ ਹੀ ਇਸ ਵੇਲੇ ਮਨੁੱਖ ਆਤਮਾ, ਜੀਵ ਆਤਮਾ ਜੋ ਵੀ ਹੈਗੇ ਆ, ਉਹ ਦੁੱਖ ਦੇਣ ਔਰ ਦੁੱਖ ਲੈਣ ਦਾ ਕੰਮ ਕਰ ਰਹੇ ਹੈ। ਔਰ ਅਗਰ ਉਹ ਹੀ ਥੋੜਾ ਸੈਲਫ ਰੀਅਲਾਈਜੇਸ਼ਨ ਹੋ ਜਾਏ, ਆਤਮ ਅਨੁਭੂਤੀ ਹੋ ਜਾਏ, ਪਰਮਾਤਮਾ ਦੇ ਨਾਲ ਮਨ ਲੱਗ ਜਾਏ, ਤੇ ਉਹ ਹੀ ਆਤਮਾ ਸੁੱਖ ਲੈਣ ਔਰ ਸੁੱਖ ਦੇਣ ਦਾ ਕੰਮ ਕਰਨਗੇ। ਜੀ ਜੀ ਭਾਜੀ, क्या मनुष्य ਦੀ ਆਤਮਾ अन्य योनि ਚ ਜਨਮ ਲੈ ਸਕਦੀ? ਉਹ ਬਿਨਾਂ ਜਨਮ ਲਏ ਮਨੁੱਖ ਜਿਹੜੇ ਹੈ ਉਹ ਉਹਨਾਂ ਤੋਂ ਬਦਤਰ ਹੈਗੇ ਅੱਜ। ਹੋਰ ਕੀ ਲੈਣਾ ਹੀ। ਨਹੀਂ, ਉਹ ਨਹੀਂ ਹੁੰਦਾ ਹੀ। 84 ਜਨਮ ਹੁੰਦੇ ਆ। ਉਹ 84 ਜਨਮ ਜ਼ਿਆਦਾ ਤੋਂ ਜ਼ਿਆਦਾ 84 ਜਨਮਾਂ 'ਚ, ਜਿੱਦਾਂ ਸ਼ਾਸਤਰ 'ਚ ਬੋਲਦੇ 84 ਲੱਖ, ਉਹ ਕੀ ਗੱਲ ਹੈ ਉਹ ਫਿਰ? ਯੋਨੀਆਂ ਬਹੁਤ ਹੈ, ਕਈ ਵੈਰਾਈਟੀ ਹੈਗੇ ਆ। ਉਹ 84 ਲੱਖ ਉਹ 'ਚ ਜਾਨਵਰ, ਜੀਵ ਜੰਤੂ ਵੀ ਸਭ ਕੁਝ, ਕੀੜੇ ਮਕੌੜੇ, ਇਹ ਉਹ ਸਭ ਆ ਜਾਂਦਾ। ਤੁਸੀਂ ਕਦੀ ਕਿਸੇ ਮਿਊਜ਼ੀਅਮ 'ਚ ਜਾ ਕੇ ਦੇਖੋ, ਜੀ, ਜਿਹੜੇ ਗਵਰਨਮੈਂਟ ਦੇ ਮਿਊਜ਼ੀਅਮ ਹੁੰਦੇ ਨਾ, ਉੱਥੇ ਤੁਹਾਨੂੰ ਦੇਖਣ 'ਚ ਮਿਲਣਗਾ। ਮੈਂ 3-4 ਮਿਊਜ਼ੀਅਮ ਦੇਖੇ ਨੇ। ਵਾਹ, ਇਤਨੇ ਸਾਰੀ ਵੈਰਾਈਟੀ ਉੱਥੇ ਦੇ ਪਕਸ਼ੀਆਂ ਦੀ ਔਰ ਜਾਨਵਰਾਂ ਦੀ, ਫਲਾਣੇ ਸਭ ਤੁਹਾਨੂੰ ਦੇਖਣ 'ਚ ਮਿਲੇਗੀ। ਤਾਂ ਉਹ ਤਾਂ ਪਤਾ ਨਹੀਂ ਇਤਨਾ ਮਿਹਨਤ ਕਰਕੇ ਬਣਾਉਂਦੇ ਆ, ਲੇਕਿਨ ਉਹ ਇੱਕ ਸਾਡੇ ਵਾਸਤੇ ਤੇ ਬੜਾ ਸਹਿਜ ਹੁੰਦਾ। ਦੇਖਣ ਦੇ ਨਾਲ ਪਤਾ ਲੱਗਦਾ ਵੀ ਇਤਨੀ ਸਾਰੇ ਜੀਵ ਜੰਤੂ ਹੈਗੇ ਆ ਦੁਨੀਆ 'ਚ, ਉਹਦੀ ਕਾਊਂਟਿੰਗ ਨਹੀਂ ਕਰ ਸਕਦੇ, ਬੜੀ ਮੁਸ਼ਕਿਲ ਹੈ। ਉਸ ਤੋਂ ਫਿਰ ਛੋਟੇ ਤੇ ਛੋਟਾ ਵੀ ਜੀਵ ਜੰਤੂ, ਉਹ ਵੀ ਹੈ, ਉਹਦਾ ਆਪਣਾ ਪਾਰਟ ਹੈ। ਛੋਟਾ ਜਿਹਾ ਮੱਛਰ ਆ ਕਰਕੇ ਕੱਟਦਾ ਹੀ, ਉਹਦਾ ਆਪਣਾ ਪਾਰਟ ਹੈ, ਉਹ ਮੱਛਰ ਹੈ। ਫਿਰ ਉਹਦਾ ਰਿਜ਼ਲਟ ਕੀ ਮਿਲਦਾ ਜੀ? ਤੁਸੀਂ ਉਹਨੂੰ ਜੀਣ ਨਹੀਂ ਦੇਣਗੇ, ਮਾਰ ਦੇਣਗੇ। ਜੀ ਭਾਜੀ, ਤਾਂ ਪਵਿੱਤਰ ਆਤਮਾ ਦੀ ਕੀ ਪਹਿਚਾਣ ਹੈ? ਉਹਦੀ ਧਾਰਨਾ ਕੀ ਹੋ ਸਕਦੀ ਫਿਰ? ਅਗਰ ਪਵਿੱਤਰ ਮਨ, ਪਵਿੱਤਰ ਉਹਦੇ 'ਚ ਨਾ ਕਾਮ ਹੋਏਗਾ, ਨਾ ਕ੍ਰੋਧ ਹੋਏਗਾ, ਨਾ ਲੋਭ ਹੋਏਗਾ, ਨਾ ਮੋਹ ਹੋਏਗਾ, ਨਾ ਅਹੰਕਾਰ ਹੋਏਗਾ, ਨਾ ਈਰਸ਼ਾ ਹੋਏਗੀ, ਨਾ ਦੁਏਸ਼ ਹੋਏਗਾ। ਉਹ ਕਿ ਉਹਨੂੰ ਉਸ ਦੇ ਅੰਦਰ ਅੰਸ਼ ਮਾਤਰ ਵੀ ਕੋਈ ਵਿਕਾਰ?
ਕਲਯੁਗ 'ਚ ਤਾਂ ਹੁਣ ਇਸ ਵੇਲੇ ਤੇ ਇਹ ਮੈਂ ਨਹੀਂ ਕਹਿੰਦਾ ਕਿ ਨਹੀਂ ਹੋਏਗਾ, ਥੋੜ੍ਹਾ ਬਹੁਤ ਕਿਤੇ ਹੋਏਗਾ ਵੀ, ਲੇਕਿਨ ਅਗਰ ਉਹਨਾਂ ਨੇ ਇੱਕ ਲਕਸ਼ ਰੱਖ ਲਿਆ ਕਿ ਅਸੀਂ ਸੰਪੂਰਨ ਨਿਰਵਿਕਾਰੀ ਬਣਨਾ ਹੀ, ਜੀ ਤੇ ਫਿਰ ਉਹ ਆਤਮਾ ਨੂੰ ਖੁਦ ਪਤਾ ਲੱਗਦਾ ਹੀ ਕਿ ਮੇਰੇ ਅੰਦਰ ਇਹ ਕਮੀ ਹੈਗੀ ਹੈ, ਔਰ ਉਹਦੇ ਵਾਸਤੇ ਫਿਰ ਕੀ ਕਹਿੰਦੇ ਉਹਨੂੰ, ਗਿਆਨ ਔਰ ਯੋਗ ਦੀ ਸ਼ਕਤੀ ਨਾਲ ਉਸ ਨੂੰ ਭਸਮ ਕਰਦੇ ਆ, ਸੰਸਕਾਰ ਨੂੰ ਪਰਿਵਰਤਨ ਕਰਦੇ ਆ। मतलब एक पवित्र आत्मा जो एक प्योर संकल्प करना चाहे वो कर सकता है। ਪਿਓਰ ਸੰਕਲਪ ਕਰਨਗੇ ਤੇ ਪਿਓਰ ਸੰਕਲਪ ਦੀ ਰਿਜ਼ਲਟ ਇਹੀ ਹੋਏਗੀ, ਪਿਓਰ ਕਰਮ ਹੋਏਗਾ। ਫਿਰ ਪਿਓਰ ਕਰਮ ਹੋਏਗਾ ਤੇ ਪਿਓਰ ਸੰਸਕਾਰ ਬਣ ਜਾਏਗਾ। ਤੇ ਜਦੋਂ ਉਹ ਪਵਿੱਤਰ ਸੰਸਕਾਰ ਬਣ ਜਾਣਗੇ ਤੇ ਪਵਿੱਤਰ ਸੰਸਕਾਰ ਫਿਰ ਮਨ 'ਚ ਸ਼ੁਭ ਵਿਚਾਰ ਲਿਆਉਣਗੇ, ਸ਼ੁਭ ਔਰ ਸ਼ੁੱਧ। ਤੇ ਇਸ ਕਰਕੇ ਇਹ ਬੜੀ ਆਪਸ 'ਚ ਲਿੰਕ ਹੈਗੀ ਹੈ। ਤੇ ਲਕਸ਼ ਦੇ ਉੱਪਰ ਬੜਾ ਡਿਪੈਂਡ ਕਰਦਾ ਹੀ, ਲਕਸ਼ ਤੋਂ ਲਕਸ਼ਣ ਆਉਂਦੇ ਆ, ਔਰ ਲਕਸ਼ਣ ਜਿਹੜੇ ਆ ਉਹ ਉਸ ਤੋਂ ਤੁਹਾਨੂੰ ਪਤਾ ਲੱਗਦਾ ਹੀ ਕਿ ਇਹ ਪਵਿੱਤਰ ਆਤਮਾ ਹੀ ਜਾਂ ਇਹਦੇ 'ਚ ਕੋਈ ਵੀ ਦੂਸਰੀ ਵਗਲ। ਤੇ ਇਹ 'ਚ ਸੰਕਲਪ ਵੀ ਆਉਂਦੇ ਹੋਣੇ ਕਿ ਪਿਓਰ ਆਤਮਾ ਜਿਹੜਾ ਸੰਕਲਪ ਕਰਦੀ ਉਹੀ ਹੋਣਾ। ਪਿਓਰ ਆਤਮਾ ਦੇ ਸੰਕਲਪ ਫਿਰ ਪਵਿੱਤਰ ਹੀ ਹੋਣਗੇ ਨਾ, ਅੱਛੇ ਹੋਣਗੇ, ਮਤਲਬ ਪੋਜ਼ਿਟਿਵ ਹੋਣਗੇ, ਸੁੱਖ ਦੇਣ ਔਰ ਸੁੱਖ ਲੈਣ ਵਾਲੇ ਉਹ ਹੋਣਗੇ। ਬਸ ਇੰਨਾ ਹੀ ਸਮਝ ਜਾਓ। ਜੀ 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 ਭਾਜੀ, ਅੱਜ ਤੁਸੀਂ ਸਾਨੂੰ ਆਤਮਾ ਦੇ ਬਾਰੇ 'ਚ ਵੀ ਦੱਸਿਆ ਤੇ ਅੰਨ ਯੋਨੀ ਦੇ ਬਾਰੇ 'ਚ ਵੀ ਦੱਸਿਆ ਕਿ ਕਿੱਦਾਂ ਜਿਹੜੇ ਜੀਵ ਜੰਤੂ ਹੈ, ਔਰ ਸਾਤਵਿਕ ਭੋਜਨ ਦੇ ਬਾਰੇ 'ਚ ਵੀ ਤੁਸੀਂ ਸਾਨੂੰ ਸਾਡੇ ਇਸ ਪ੍ਰੋਗਰਾਮ 'ਚ ਦੱਸਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਆਪਣਾ ਕੀਮਤੀ ਸਮੇਂ ਸਾਨੂੰ ਦਿੰਦੇ ਔਰ ਸਾਡੇ ਦਰਸ਼ਕਾਂ ਨੂੰ ਵੀ ਆਪਣਾ ਗਿਆਨ ਵੰਡਦੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਜੋ ਭਾਈ ਭੈਣ ਸੁਣਦੇ ਨੇ, ਲਾਭ ਲੈਂਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸਭ ਨੂੰ ਸਦਾ ਸੁਖੀ ਰੱਖੇ, ਸਦਾ ਸਦਬੁੱਧੀ ਦੇ, ਔਰ ਸਦਾ ਸ੍ਰੇਸ਼ਟ ਕਰਮ ਕਰਨ ਵਾਸਤੇ ਪ੍ਰੇਰਨਾ ਦਿੰਦਾ ਰਹੇ, ਤਾਂ ਕਿ ਸ੍ਰੇਸ਼ਟ ਕਰਮਾਂ ਦੀ ਖੇਤੀ ਦਾ ਬੀਜ ਬੋਈਏ ਤੇ ਸਦਾ ਸੁਖੀ ਦੇਵਤਾ ਸਰੂਪ 'ਚ ਫਿਰ ਜਨਮ ਲਈਏ। ਓਮ ਸ਼ਾਂਤੀ।